ਡੰਡੋਤ ਬੰਦਨ ਕਵਾਰ। ਸਰਬ ਕਲਾ ਸਮਰੱਥ ਡੋਲਣ ਦੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਹੇ ਪ੍ਰਾਨਨਾਥ ਗੋਬਿੰਦੈ। ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰੁਣੈ। ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਿਆਲੈ। ਦੀਨਾਨਾਥ ਮਇਆ ਕਰੋ ਸਰੀਰ ਸਵਸਤ ਖੀਨ ਸਮੇ। ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਆਪਣੇ ਹਰਿ ਪੈ ਬਿਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ ਸੂਖ ਸਹਿਜ ਸਿਧ ਲਹੀਐ ਰਹਾਉ। ਮਾਨ ਤਿਆਗ ਹਰਿ ਚਰਣੀ ਲਾਗੋ ਤਿਸ ਪ੍ਰਭ ਅੰਚਲ ਗਈਐ। ਆਂਚ ਨ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਈਐ। ਕੋਟ ਅਪਰਾਧ ਮਹਾ ਅਕਿਰਤ ਘਨ ਬਹੁਰ ਬਹੁਰ ਪ੍ਰਭ ਸਈਐ। ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸਰ ਨਹੀਂਐ। ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸਰ ਨਹੀਂਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੋਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੇ ਮਹਾਨ ਵਚਨ ਹਨ। ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ। ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਉਹ ਸਮਾਂ ਧਨੰਤਾ ਦੇ ਯੋਗ ਹੈ ਜਿਹੜਾ ਸਮਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਾ ਦਿੰਦਾ ਹੈ, ਬਾਣੀ ਦੇ ਨਾਲ ਜੋੜ ਦਿੰਦਾ ਹੈ। ਸੋ ਗੁਰੂ ਪਿਆਰਿਓ, ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਗ ਦੇਵ ਗੰਧਾਰੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸਰਵਣ ਕਰ ਰਹੇ ਹੋ। ਇਸ ਸਮੇਂ 531 ਅੰਗ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੇ ਨਾਲ ਸਾਂਝ ਪਾਈਏ। ਗੁਰਮੁਖਾਂ ਦੀ ਅਵਸਥਾ ਇੱਥੇ ਮਹਾਰਾਜ ਬਿਆਨ ਕਰ ਰਹੇ ਹਨ। ਗੁਰਮੁਖ ਔਰ ਮਨਮੁਖ ਦੀ ਅਵਸਥਾ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਵਾਰ-ਵਾਰ ਬਿਆਨ ਕੀਤੀ ਹੈ। ਮਨਮੁਖ ਦੀ ਕੀ ਅਵਸਥਾ ਹੁੰਦੀ, ਉਹਦੇ ਕੀ ਲੱਛਣ ਹੁੰਦੇ ਨੇ, ਗੁਰਮੁਖ ਦੀ ਕੀ ਅਵਸਥਾ ਹੈ ਔਰ ਗੁਰਮੁਖ ਨੂੰ ਪ੍ਰਾਪਤੀਆਂ ਕੀ ਕੀ ਹਨ। ਮਨਮੁਖ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੈ, ਉਹਦੇ ਲੱਛਣ ਕੀ ਨੇ ਔਰ ਉਸ ਨੂੰ ਕੀ ਕੀ ਉਹਦਾ ਫਲ ਮਿਲਦਾ ਹੈ। ਵਾਹਿਗੁਰੂ ਦੀ ਬੰਦਗੀ ਤੋਂ ਮੁਨਕਰ ਹੋਣ ਕਾਰਨ
ਕਿੰਨਾ ਦੁੱਖ ਸੰਤਾਪ ਉਹਦੇ ਜੀਵਨ ਵਿੱਚ ਆਉਂਦਾ ਹੈ, ਉਹ ਵੀ ਬਾਣੀ ਵਿੱਚ ਦੱਸਿਆ ਹੈ। ਗੁਰਮੁਖ ਦੀ ਅਵਸਥਾ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਹਨ। ਗੁਰਮੁਖ ਉਹਦੀ ਟੇਕ ਕੇਵਲ ਇੱਕ ਵਾਹਿਗੁਰੂ ਤੇ ਹੁੰਦੀ ਹੈ, ਇੱਕ ਪਰਮਾਤਮਾ ਤੇ ਪਰਮੇਸ਼ਵਰ ਤੇ ਹੁੰਦੀ ਹੈ। ਇਸ ਕਰਕੇ ਉਹਦਾ ਕੋਈ ਵੀ ਕਾਰਜ ਹੋਵੇ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਜੋਦੜੀ ਕਰਦਾ ਹੈ। ਕਹਿਣ ਨੂੰ ਭਾਵੇਂ ਆਪਾਂ ਵੀ ਗੁਰਮੁਖ ਹਾਂ, ਪਰ ਜਦੋਂ ਕੋਈ ਆਪਣਾ ਕਾਰਜ ਹੁੰਦਾ ਆਪਾਂ ਕਈ ਤਰ੍ਹਾਂ ਦੇ ਕੰਮ ਹੋਰ ਵੀ ਨਾਲ ਕਰਦੇ ਹਾਂ। ਜਿਵੇਂ ਮਨੁੱਖ ਆਪਾਂ ਵੇਖਦੇ ਹਾਂ, ਬਾਣੀ ਵੀ ਪੜ੍ਹਦਾ ਹੈ, ਕਈਆਂ ਨੇ ਹੱਥਾਂ ਨੂੰ ਪੈਰਾਂ ਨੂੰ ਧਾਗੇ ਵੀ ਬੰਨੇ ਹੋਏ ਨੇ। ਪੁੱਛਿਆ ਜਾਵੇ ਕਿ ਇਹ ਪੰਡਤ ਨੇ ਬ੍ਰਾਹਮਣ ਨੇ ਦਿੱਤਾ ਹੈ ਵੀ ਇਹ ਧਾਗਾ ਬੰਨ੍ਹ ਕੇ ਰੱਖਣਾ ਹੈ ਤੇ ਤੁਹਾਨੂੰ ਕੋਈ ਦੁੱਖ ਨਹੀਂ ਆਵੇਗਾ, ਕਿਸੇ ਦਾ ਵਾਰ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕਰਮਕਾਂਡ, ਜਦੋਂ ਬੱਚਿਆਂ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਵੀ ਇਸ ਤਰ੍ਹਾਂ ਦੇ ਕਰਮ ਲੋਕ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹਨਾਂ ਵਿੱਚੋਂ ਕੋਈ ਵੀ ਤੁਹਾਡੀ ਰੱਖਿਆ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਇੱਕ ਇਤਿਹਾਸਕ ਪ੍ਰਮਾਣ ਆਉਂਦਾ ਹੈ। ਜਿਸ ਸਮੇਂ ਏਮਨਾਬਾਦ, ਜਿਹਨੂੰ ਸੈਦਪੁਰ ਵੀ ਆਖਿਆ ਜਾਂਦਾ ਹੈ, ਇੱਥੇ ਦੇ ਜਿਹੜੇ ਪਠਾਨ ਸਨ ਉਹ ਬੜੇ ਹੰਕਾਰੇ ਗਏ ਸਨ। ਰਾਜ ਸੱਤਾ ਦੇ ਨਸ਼ੇ ਵਿੱਚ ਬੜੇ ਪਾਪ ਕਰਦੇ ਸਨ ਤੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਹੋਏ, ਵਕਾਰੀ ਹੋ ਗਏ ਸਨ। ਜਿਹੜਾ ਸੂਰਮਿਆਂ ਵਾਲਾ ਕੰਮ ਹੈ, ਛਤਰੀਆਂ ਵਾਲਾ ਕੰਮ, ਉਹ ਛੱਡਤਾ। ਯੁੱਧ ਅਭਿਆਸ ਕਰਨੇ, ਚੰਗੇ ਕਰਮ ਕਰਨੇ। ਤੇ ਜਦੋਂ ਬਾਬਰ ਦਾ ਆਉਣਾ ਸੁਣਿਆ ਨਾ ਵੀ ਬਾਬਰ ਕੁਝ ਮਹੀਨਿਆਂ ਤੱਕ ਆਪਣੇ ਇਸ ਮੁਲਕ ਤੇ ਹਮਲਾ ਕਰ ਰਿਹਾ ਹੈ, ਤੇ ਅੱਗੋਂ ਜਿਹੜੇ ਬ੍ਰਾਹਮਣ ਜਾਂ ਜਿਹੜੇ ਮੁੱਲਾ ਸਨ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ, ਉਹਨਾਂ ਨੇ ਕਿਹਾ ਤੁਹਾਨੂੰ ਡਰਨ ਦੀ ਲੋੜ ਨਹੀਂ। ਹਿੰਦੂਆਂ ਨੂੰ ਬ੍ਰਾਹਮਣ ਕਹਿੰਦੇ ਨੇ, ਅਸੀਂ ਐਸੇ ਮੰਤਰ ਪੜਾਂਗੇ, ਐਸੇ ਹਵਨ ਕਰਾਂਗੇ, ਜੱਗ ਕਰਾਂਗੇ, ਬਾਬਰ ਦੀਆਂ ਫੌਜਾਂ ਜਿਹੜੀਆਂ ਨੇ ਹਵਾ ਚ ਉੱਡ ਜਾਣਗੀਆਂ। ਜਿਹੜੇ ਮੁਸਲਮਾਨ ਪੀਰ ਜਿਵੇਂ ਅੱਜ ਕੱਲ੍ਹ ਵੀ ਉਹ ਦਾਅਵਾ ਕਰਦੇ ਨੇ, ਉਹਨਾਂ ਨੇ ਵੀ ਕਿਹਾ ਅਸੀਂ ਐਸੇ ਮੰਤਰ, ਐਸੀਆਂ ਕਲਾਮਾਂ ਪੜਾਂਗੇ, ਬਾਬਰ ਦੀਆਂ ਫੌਜਾਂ ਅੰਧੀਆਂ ਹੋ ਜਾਣਗੀਆਂ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਤੁਸੀਂ ਸਾਡੀ ਸੇਵਾ ਕਰੋ। ਤੇ ਮਹਾਰਾਜ ਬਾਣੀ ਵਿੱਚ ਬਚਨ ਆਖਦੇ ਨੇ, ਜਦੋਂ ਬਾਬਰ ਚੜ੍ਹ ਕੇ ਆਇਆ, ਉਹਨੇ ਫਿਰ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਜਦੋਂ ਹਿੰਦੁਸਤਾਨ ਨੂੰ ਭੈ ਪੀਰ ਕੀਤਾ, ਬੜਾ ਵੱਢ ਟੁੱਕ ਹੋਇਆ ਏਮਨਾਬਾਦ ਦੇ ਵਿੱਚ। ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਕੋਈ ਮੁਗਲ ਅੰਨਾ ਜਿਵੇਂ ਬੜੇ ਮੰਤਰ ਜੰਤਰ ਪੜ੍ਹੇ, ਬੜਾ ਕੁਝ ਕੀਤਾ, ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਫੌਜਾਂ ਕਿਤੇ ਹਟਦੀਆਂ ਨੇ, ਤੇ ਫੌਜਾਂ ਨੇ ਏਮਨਾਬਾਦ ਦੇ ਵਿੱਚ ਬੜਾ ਕਤਲੇਆਮ ਕੀਤਾ, ਬੜਾ ਬਰਬਾਦ ਕੀਤਾ। ਸੋ ਇੱਦਾਂ ਦੇ ਕੰਮ ਤੋਂ ਖਾਲਸੇ ਨੂੰ ਮਹਾਰਾਜ ਨੇ ਵਰਜਿਆ। ਤਾਂ ਹੀ ਤੇ ਮਹਾਰਾਜ ਨੇ ਕਿਹਾ, ਖਾਲਸਾ ਹਰ ਸਮੇਂ ਆਪਣੇ ਤਨ ਤੇ ਸ਼ਸਤਰ ਸਜਾ ਕੇ ਰੱਖੇ। ਇਹ ਸਾਡੇ ਪੀਰ ਨੇ, ਸਾਡੀ ਰੱਖਿਆ ਕਰਨ ਵਾਲੇ ਪੀਰ ਇਹੀ ਨੇ। ਇਹਨਾਂ ਦਾ ਸਦਾ ਅਦਬ ਸਤਿਕਾਰ ਕਰਨਾ ਹੈ, ਇਹਨਾਂ ਦੀ ਪੂਜਾ ਕਰਨੀ ਹੈ। ਹੋਰ ਕਿਸੇ ਪੀਰ ਨੂੰ ਨਹੀਂ ਮਨਾਉਣਾ। ਕੋਈ ਜਰਵਾਨਾ ਚੜ੍ਹ ਕੇ ਆ ਗਿਆ, ਕੋਈ ਮੰਤਰ ਨਹੀਂ ਕੰਮ ਕਰੇਗਾ, ਇਹ ਸ਼ਸਤਰ ਹੀ ਕੰਮ ਕਰੇਗਾ। ਸ਼ਸਤਰ ਕੇ ਅਧੀਨ ਹੈ ਰਾਜ। ਸੋ ਆਪਣੇ ਵਾਹਿਗੁਰੂ ਦੇ ਚਰਨਾਂ ਨਾਲ ਹੀ ਜੁੜਨਾ ਹੈ। ਜਿੰਨੇ ਵੀ ਤੁਸੀਂ ਵੇਖੋ ਅਵਤਾਰ ਪੈਗੰਬਰ ਆਏ ਨੇ, ਤਕਰੀਬਨ ਸਾਰਿਆਂ ਦੇ ਕੋਲ ਸ਼ਸਤਰ ਹੁੰਦੇ ਸਨ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸ਼ਸਤਰ ਦਿੱਤੇ ਨੇ। ਛੇਵੇਂ ਪਾਤਸ਼ਾਹ ਜੀ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਦਾ ਸ਼ਸਤਰ ਦਿੱਤਾ। ਪਹਿਲਾਂ ਵਕਾਰਾਂ ਨੂੰ ਜਿੱਤਣਾ, ਕਿਉਂਕਿ ਜਿਹੜਾ ਵਕਾਰੀ ਬੰਦਾ ਹੋ ਗਿਆ ਨਾ, ਉਹ ਕਿਸੇ ਫੌਜ ਦਾ, ਕਿਸੇ ਜ਼ਾਲਮ ਜਰਵਾਣੇ ਦਾ
ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰ ਸਕੇਗਾ, ਉਹਦੀ ਸ਼ਕਤੀ क्षीण ਹੋ ਜਾਵੇਗੀ, ਜਿਹੜਾ ਵਿਕਾਰਾਂ ਵਿੱਚ ਡੁੱਬਿਆ ਹੋਇਆ ਹੈ। ਤੋ ਮਹਾਰਾਜ ਪਹਿਲਾਂ ਸ਼ਬਦ ਨਾਲ ਜੋੜਦੇ ਨੇ, ਕਿਉਂਕਿ ਪਹਿਲਾਂ ਤੇਰਾ ਅੰਦਰ ਆਤਮਾ ਬਲਵਾਨ ਹੋਣਾ ਚਾਹੀਦਾ, ਵਿਕਾਰੀ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ ਗਊ ਗਰੀਬ ਜ਼ੁਲਮ ਜਿਹੜਾ ਹੈ, ਗਊ ਗਰੀਬ ਦੀ ਰੱਖਿਆ ਵਾਸਤੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਰਵਾਣੇ, ਉਹਨਾਂ ਦਾ ਨਾਸ਼ ਕਰਨਾ ਹੈ। ਤੋ ਵਾਹਿਗੁਰੂ ਦੇ ਚਰਨਾਂ ਨਾਲ ਹੀ ਜੁੜਨਾ, ਹੋਰ ਕਿਸੇ ਕੋਲ ਅਰਦਾਸ ਨਹੀਂ ਕਰਨੀ। ਅਰਦਾਸ ਕੇਵਲ ਆਪਣੇ ਇੱਕ ਮਾਲਕ ਦੇ ਨਾਲ ਹੀ ਜੁੜਨਾ, ਕਿਸੇ ਇਸ ਤਰ੍ਹਾਂ ਦੇ ਤਾਂਤਰਿਕ ਲੋਕਾਂ ਦੇ ਜਾਲ ਵਿੱਚ ਨਹੀਂ ਫਸਣਾ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਮਹਾਰਾਜ ਕਹਿੰਦੇ ਉਹ ਸਾਰੀਆਂ ਦਾਤਾਂ ਬਖਸ਼ਿਸ਼ਾਂ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰ ਰਹੇ ਹਨ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਆਪਣੇ ਹਰ ਪੈ ਬਿਨਤੀ ਕਹੀ ਹੈ, ਕੇਵਲ ਆਪਣੇ ਵਾਹਿਗੁਰੂ ਦੇ ਕੋਲ ਹੀ ਅਰਦਾਸ ਕਰਨੀ ਹੈ। ਇਤਿਹਾਸ ਦੇ ਵਿੱਚ ਆਉਂਦਾ ਹੈ, ਜਿਹੜਾ ਹੁਸ਼ਿਆਰਪੁਰ ਦਾ ਇਲਾਕਾ ਹੈ ਨਾ, ਇੱਧਰ ਸਾਧ ਸੰਗਤ ਜੀਓ, ਇੱਕ ਗੁਰੂ ਮਹਾਰਾਜ ਜੀ ਦਾ ਅਨਨ ਸੇਵਕ ਹੋਇਆ ਹੈ, ਬੜੀ ਬੰਦਗੀ ਵਾਲਾ, ਬੜਾ ਨਾਮ ਜਪਣ ਵਾਲਾ ਭਾਈ ਤਿਲਕੂ ਜੀ ਉਹਦਾ ਨਾਮ ਆਉਂਦਾ ਹੈ। ਗੜ੍ਹ ਸ਼ੰਕਰ ਦਾ ਰਹਿਣ ਵਾਲਾ ਸੀ। ਇੱਥੇ ਇੱਕ ਮਹੇਸ਼ਾ ਭੱਟ ਮਹੇਸ਼ਾ ਨਾਮ ਦਾ ਜੋਗੀ ਸੀ। ਉਹ ਹਰ ਸਾਲ ਨਾ ਚਲੀਸਾ ਕੱਢਦਾ ਸੀ। ਆਪਣੇ ਵਿੱਚ ਵੀ ਇਹ ਰਵਾਇਤ ਚੱਲੀ ਤੇ ਆਪਾਂ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਬੜੀ ਮਾਨਤਾ ਦੇਣ ਲੱਗ ਜਾਂਦੇ ਹਾਂ। ਹਾਲਾਂਕਿ ਗੁਰਮਤ ਦੇ ਵਿੱਚ ਐਸੀ ਕੋਈ ਵਿਧੀ ਵਿਧਾਨ ਨਹੀਂ ਹੈ। ਤਾਂ ਇਹ ਆਏ ਸਾਲ ਚਲੀਸਾ ਕੱਢਦਾ ਸੀ ਤੇ ਫਿਰ ਉਸ ਸਮੇਂ ਬੜਾ ਵੱਡਾ ਜੱਗ ਕੀਤਾ ਜਾਂਦਾ ਸੀ। ਸਾਰਾ ਸ਼ਹਿਰ, ਪਿੰਡਾਂ ਦੇ ਆਸੇ ਪਾਸੇ ਦੇ ਲੋਕ ਇਕੱਠੇ ਹੁੰਦੇ, ਦੀ ਬੜੀ ਮਾਨਤਾ ਹੁੰਦੀ ਸੀ ਉਸ ਇਲਾਕੇ ਦੇ ਵਿੱਚ। ਭਾਈ ਤਿਲਕੂ ਜਦੋਂ ਇਹਨੇ ਸਿੱਖੀ ਧਾਰਨ ਕਰ ਲਈ, ਬਾਣੀ ਪੜ੍ਹਨ ਲੱਗ ਪਿਆ, ਐਸਾ ਨਾਮ ਦੇ ਨਾਲ ਜੁੜਿਆ ਕਿ ਇਹਦੀ ਹੁਣ ਸੋਭਾ ਹੋਣ ਲੱਗ ਪਈ ਸਾਰੇ ਗੜਸ਼ੰਕਰ ਦੇ ਵਿੱਚ। ਤੇ ਐਤਕੀ ਵੀ ਇਸ ਮਹੇਸ਼ਾ ਨਾਮ ਦੇ ਯੋਗੀ ਨੇ ਬੜਾ ਵੱਡਾ ਜੱਗ ਕੀਤਾ, ਚਲੀਸਾ ਕੱਟਿਆ ਤੇ ਚਲੀਸੇ ਵਾਲੇ ਦਿਨ ਬਾਹਰ ਨਿਕਲਿਆ ਭੋਰੇ ਚੋਂ ਤੇ ਲੋਕ ਇਹਦੀ ਬੜੀ ਪੂਜਾ ਕਰਦੇ। ਪੁੱਛਦਾ ਹੈ, ਕਿਉਂਕਿ ਇਹ ਪਤਾ ਹੁੰਦਾ ਵੀ ਇਸ ਇਲਾਕੇ ਵਿੱਚ ਮਸ਼ਹੂਰ ਬੰਦਾ ਕਿਹੜਾ ਹੈ। ਤੇ ਨਾਮ ਜਪਣ ਵਾਲਾ ਭਾਈ ਤਿਲਕੂ ਮਸ਼ਹੂਰ ਹੋ ਚੁੱਕਿਆ, ਕਿਉਂਕਿ ਵਾਹਿਗੁਰੂ ਦੀ ਬੰਦਗੀ ਐਸੀ ਹੈ, ਉਹਦੇ ਨਾਲ ਆਸੇ ਪਾਸੇ ਸੋਭਾ ਹੋਣ ਲੱਗ ਜਾਂਦੀ ਹੈ। ਜਿਹੜਾ ਕੋਈ ਬੰਦਾ ਸੱਚ ਨਾਲ ਜੁੜਿਆ ਹੈ ਤਾਂ ਲੋਕ ਕਹਿੰਦੇ ਨੇ ਹਾਂ ਵੀ ਉਹ ਬੰਦਾ ਇਸ ਤਰ੍ਹਾਂ ਦਾ ਹੈ। ਤੇ ਇਹ ਚਾਹੁੰਦਾ ਸੀ ਹੁਣ ਵੀ ਭਾਈ ਤਿਲਕੂ ਵੀ ਮੈਨੂੰ ਆ ਕੇ ਮੱਥਾ ਟੇਕੇ, ਕਿਉਂਕਿ ਜਦੋਂ ਕੋਈ ਵੱਡਾ ਬੰਦਾ ਆ ਕੇ ਮੱਥਾ ਟੇਕਦਾ ਤੇ ਗਰੀਬ ਗਰੂਬੇ ਆਮ ਲੋਕ ਉਹ ਚਲੇ ਜਾਂਦੇ ਨੇ ਵੀ ਜੇ ਇੰਨਾ ਮਸ਼ਹੂਰ ਬੰਦਾ, ਉਹ ਬੰਦਾ ਉਹਦੇ ਕੋਲ ਚਲਾ ਗਿਆ ਤੇ ਉਹਦੀ ਪਾਵਰ ਵੱਡੀ, ਤਾਂ ਹੀ ਉਹਦੇ ਕੋਲ ਚਲਾ ਗਿਆ ਨਾ। ਤਾਂ ਹੀ ਇਹ ਜਿੰਨੇ ਡੇਰਾਵਾਦ ਲੋਕੀ ਹੁੰਦੇ ਨੇ, ਵੱਡੇ ਵੱਡੇ ਲੋਕਾਂ ਨਾਲ ਗੱਠ ਜੋੜ ਰੱਖਦੇ ਨੇ, ਉਹ ਗਰੀਬ ਲੋਕ ਵੇਖਦੇ ਨੇ ਵੀ ਐਡਾ ਵੱਡਾ ਬੰਦਾ ਉਹਦੇ ਕੋਲ ਜਾਂਦਾ, ਮਹਾਂਪੁਰਸ਼ਾਂ ਵਿੱਚ ਕੋਈ ਤਾਕਤ ਹੋਏਗੀ ਤਾਂ ਹੀ ਹੈ। ਫਿਰ ਆਮ ਲੋਕ ਤੇ ਆਪੇ ਚਲੇ ਜਾਂਦੇ ਨੇ। ਤਾਂ ਭਾਈ ਤਿਲਕੂ ਵੱਲ ਸੁਨੇਹਾ ਭੇਜਿਆ ਗਿਆ ਤੇ ਉਹ ਕਹਿੰਦਾ ਮੈਨੂੰ ਕੀ ਲੋੜ ਪਈ ਤੁਹਾਡੇ ਜੋਗੀ ਦੇ ਦਰਸ਼ਨ ਕਰਨ ਦੀ, ਗੁਰੂ ਦੇ, ਸਾਨੂੰ ਲੋੜ ਨਹੀਂ ਹੈ। ਤੇ ਇਹ ਲਾਲਚ ਵੀ ਦਿੰਦਾ ਸੀ, ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ 1 ਸਾਲ ਦਾ ਸਵਰਗ ਮਿਲੇਗਾ। ਇਹਨੇ ਇਸ ਤਰ੍ਹਾਂ ਦੇ ਪਰੰਪਰਾ ਚਲਾਈ ਹੋਈ ਸੀ, ਲੋਕ ਜਾਂਦੇ ਸਨ। ਅੱਜ ਵੀ ਚੱਲ ਪਏ ਵੀ ਫ੍ਰੀ ਵਿੱਚ ਸਵਰਗ ਮਿਲਦਾ 1 ਸਾਲ ਦਾ, ਤੇ ਆਪਾਂ ਵੀ ਦੌੜੇ ਚਲੇ ਜਾਓ, ਚਲੋ ਦਰਸ਼ਨ ਹੀ ਕਰਨੇ, ਮੱਥੇ ਟੇਕਣੇ ਟੇਕ ਦਿਆਂਗੇ। ਇਹ ਨਹੀਂ ਵੇਖਣਾ ਵੀ ਕਰ ਕੀ ਰਹੇ ਹਾਂ। ਫ੍ਰੀ ਦੀ ਚੀਜ਼ ਆਪਾਂ ਨੂੰ ਬੜੀ ਚੰਗੀ ਲੱਗਦੀ ਹੈ। ਆਪਾਂ ਕਹਿੰਦੇ ਆਪਾਂ ਕੋਈ ਘਾਲਣਾ ਨਾ ਘਾਲੀਏ, ਸਾਨੂੰ ਫ੍ਰੀ ਵਿੱਚ ਹੀ ਸਾਰਾ ਕੁਝ ਮਿਲ ਜਾਵੇ। ਪਰ ਮੇਰੇ ਬਾਬਾ ਨਾਨਕ ਜੀ ਕਹਿ ਗਏ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਮਸ਼ੱਕਤ ਘਾਲਣੀ ਪੈਣੀ ਆਪ ਹੀ। ਐਵੇਂ ਗੱਲ ਨਹੀਂ ਬਣਨੀ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਤੇ ਆਵੇ। ਮਹਾਰਾਜ ਨੇ ਕਹਿ ਤਾ ਵੀ ਸਿੱਖ ਜੇ ਕੋ ਆਉਣਾ ਹੈ
ਤੇ ਬੰਦਗੀ ਤੈਨੂੰ ਆਪ ਹੀ ਕਰਨੀ ਪੈਣੀ। ਇਹ ਨਹੀਂ ਵੀ ਇੱਥੇ ਐਵੇਂ ਕੰਮ ਨਹੀਂ ਚੱਲਣਾ ਜਿਵੇਂ ਹੋਰ ਲੋਕ ਲਾਰਾ ਲਾਉਂਦੇ ਨੇ ਜਾਂ ਲਾਲਚ ਦਿੰਦੇ ਨੇ। ਸੋ ਰਹੋ ਵਿਚਾਰ। ਉਹਨੇ ਬੜੇ ਯਤਨ ਕੀਤੇ। ਜਦੋਂ ਭਾਈ ਤਿਲਕੂ ਨਾ ਆਇਆ ਉਹਨੇ ਆਖਿਆ ਮੇਰੀ ਬਦਨਾਮੀ ਬੜੀ ਹੋਣੀ ਹੈ ਵੀ ਜੇ ਅੱਜ ਇਹ ਮੇਰੇ ਕੋਲ ਨਹੀਂ ਆਇਆ ਕੱਲ੍ਹ ਨੂੰ ਇਹਦੇ ਵੇਖਾ ਵੇਖੀ ਹੋਰ ਵੀ ਉਸ ਮਾਰਗ 'ਤੇ ਚੱਲਣਗੇ। ਇਹਨੇ ਫਿਰ ਆਪਣੀ ਤਾਂਤਰਿਕ ਸ਼ਕਤੀ ਜਿਹੜੀ ਉਹ ਵਰਤੀ। ਭੂਤ ਪ੍ਰੇਤ ਜਿਹੜੇ ਵਸ ਕੀਤੇ ਸਨ, ਜੰਤਰ ਮੰਤਰ ਚਲਾਏ। ਪਰ ਗੁਰਮੁਖੋ ਇਹ ਚੀਜ਼ਾਂ ਲੋਕ ਕਹਿੰਦੇ ਹੁੰਦੀਆਂ ਨਹੀਂ, ਹੁੰਦੀਆਂ ਹਨ। ਬਾਣੀ ਵਿੱਚ ਲਿਖਿਆ ਮਹਾਰਾਜ ਨੇ ਤੰਤ ਮੰਤ ਨੇ ਜੋ ਹੀ ਤਿਤ ਚਾਖ ਨਾ ਲਾਗੈ। ਜਿੱਥੇ ਨਾਮ ਜਪਿਆ ਜਾਂਦਾ ਭਾਈ ਉੱਥੇ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਜਿੱਥੇ ਨਾਮ ਬੰਦਗੀ ਹੈ ਨਾ ਉੱਥੇ ਨਾ ਕਿਸੇ ਦੀ ਬੁਰੀ ਨਜ਼ਰ ਪਵੇ ਨਾ ਕੁਝ ਹੋਵੇ। ਆਪ ਕਈ ਇਹ ਵੀ ਕਹਿੰਦੇ ਨੇ ਬੁਰੀ ਨਜ਼ਰ ਕੁਝ ਨਹੀਂ ਹੁੰਦੀ, ਚੰਗੀ ਨਜ਼ਰ ਵੀ ਹੁੰਦੀ, ਬੁਰੀ ਵੀ ਹੁੰਦੀ ਹੈ। ਤੁਹਾਨੂੰ ਕੋਈ ਕਾਲੀ ਅੱਖ ਨਾਲ ਕੌੜੀ ਅੱਖ ਨਾਲ ਦੇਖੇ ਨਾ ਤੁਹਾਡਾ ਅੰਦਰ ਤੇ ਅਸਰ ਹੋ ਗਿਆ ਨਾ ਉਸੇ ਵੇਲੇ। ਦੇਖਿਆ ਤੇ ਅੱਖ ਨਾਲ ਹੀ ਹੈ ਪਰ ਉਹਨੇ ਦੇਖਿਆ ਬੜਾ ਬੁਰਾ ਹੈ। ਉਸੇ ਵੇਲੇ ਤੁਹਾਡੇ ਮਨ ਤੇ ਤੁਹਾਡੇ ਰੋਮ ਰੋਮ ਤੋਂ ਉਹਦਾ ਅਸਰ ਹੋ ਗਿਆ ਹੈ। ਚੰਗੀ ਨਜ਼ਰ ਦਾ ਵੀ ਹੁੰਦਾ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰੇ। ਉਹਨੇ ਵਾਹਿਗੁਰੂ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਬਸ ਵੇਖਣ ਨਾਲ ਹੀ ਬੇੜਾ ਪਾਰ ਹੋ ਗਿਆ। ਦ੍ਰਿਸ਼ਟੀ ਦਾ ਵੀ ਆਪਣਾ ਅਸਰ ਹੈ, ਬੋਲਣ ਦਾ ਵੀ ਆਪਣਾ ਅਸਰ ਹੈ। ਜਦੋਂ ਉਹਨੇ ਸਾਰੀਆਂ ਆਪਣੀਆਂ ਸ਼ਕਤੀਆਂ ਵਰਤ ਲਈਆਂ ਪਰ ਜਿੱਥੇ ਮੂਲ ਮੰਤਰ ਬਾਣੀ ਦਾ ਅਭਿਆਸ ਹੈ ਉੱਥੇ ਚੀਜ਼ ਅਸਰ ਨਹੀਂ ਹੁੰਦੀ। ਹਾਰ ਗਿਆ, ਥੱਕ ਗਿਆ, ਉਹ ਆਪ ਚੱਲ ਕੇ ਆਇਆ। ਭਾਈ ਤਿਲਕੂ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਵੀ ਇਸ ਤਰ੍ਹਾਂ ਦੇ ਨਾਸਤਕ ਬੰਦੇ ਦੇ ਅਸੀਂ ਦਰਸ਼ਨ ਨਹੀਂ ਕਰਦੇ ਜਿਹੜਾ ਰਿੱਧੀਆਂ ਸਿੱਧੀਆਂ ਵਿੱਚ ਉਲਝਿਆ ਹੋਇਆ ਹੈ। ਰਿੱਧ ਸਿੱਧਵਰਾ ਸਾਧ ਇਹ ਤੇ ਰੱਬ ਨਾਲੋਂ ਦੂਰ ਲੈ ਜਾਂਦਾ ਹੈ, ਕਿਉਂਕਿ ਉੱਥੇ ਆਪਣੀ ਹੋਂਦ ਆ ਜਾਂਦੀ ਵੀ ਮੈਂ ਦੇਖੋ ਕਿੰਨੀ ਸ਼ਕਤੀ ਦਾ ਮਾਲਕ ਹਾਂ। ਤਾਂ ਉਹਨੇ ਫਿਰ ਬੇਨਤੀਆਂ ਕੀਤੀਆਂ ਮੈਨੂੰ ਇੱਕ ਵਾਰੀ ਦਰਸ਼ਨ ਦੇ। ਮੈਂ ਦਰਸ਼ਨ ਦੇਣ ਨਹੀਂ ਆਇਆ, ਤੇਰੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਤੇਰੇ ਗੁਰੂ ਦਾ ਵਾਸਤਾ ਮੈਨੂੰ ਦਰਸ਼ਨ ਦੇ। ਭਾਈ ਤਿਲਕੂ ਨੇ ਦਰਵਾਜ਼ਾ ਖੋਲ੍ਹਿਆ, ਕਹਿਣ ਲੱਗਿਆ ਜੋਗੀ ਇਹ ਤੂੰ ਪਖੰਡ ਜਿਹੜਾ ਚਲਾਇਆ ਚੰਗੀ ਗੱਲ ਨਹੀਂ। ਰੱਬ ਨਾਲ ਜੋੜਨਾ ਚਾਹੀਦਾ। ਸਾਧੂ ਦਾ ਕੰਮ ਹੈ ਦੁਨੀਆ ਨੂੰ ਰੱਬ ਨਾਲ ਜੋੜਨਾ, ਨਾ ਕਿ ਆਪਣੀ ਪੂਜਾ ਕਰਵਾਉਣੀ। ਕਹਿਣ ਲੱਗਾ ਤੇਰੇ ਵਿੱਚ ਇੰਨੀ ਸ਼ਕਤੀ, ਤੂੰ ਗ੍ਰਸਤੀ ਬੰਦਾ, ਮੈਂ ਜੋਗੀ ਬੰਦਾ ਹਾਂ। ਬੜੀ ਯੋਗ ਸਾਧਨਾ ਕਰ ਕਰਕੇ ਸ਼ਕਤੀਆਂ ਲਈਆਂ ਨੇ ਮੇਰੀਆਂ ਇੰਨੀਆਂ। ਇੰਨੇ ਲੰਮੇ ਸਾਲਾਂ ਦੀ ਸਾਧਨਾ ਨੂੰ ਤੂੰ ਕਿਵੇਂ ਕਾਟ ਕਰ ਦਿੱਤਾ? ਤੇਰੇ ਕੋਲ ਕਿਹੜੀ ਕਲਾਮ ਹੈ, ਕਿਹੜੀ ਬਾਣੀ ਹੈ? ਤਾਂ ਕਿ ਬਾਣੀ ਮੇਰੀ ਨਹੀਂ, ਬਾਣੀ ਮੇਰੇ ਗੁਰੂ ਦੀ ਹੈ। ਇਸ ਸਮੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਜਲੰਧਰ ਦਾ ਉਧਾਰ ਕਰ ਰਹੇ ਨੇ। ਉਹ ਫਿਰ ਆਇਆ, ਉਹਦੇ ਤੇ ਵੀ ਮਹਾਰਾਜ ਜੀ ਨੇ ਕਿਰਪਾ ਕੀਤੀ। ਲੰਮੀ ਚੌੜੀ ਸਾਖੀ ਹੈ। ਗੁਰਸਿੱਖ ਕੌਣ ਹੈ ਜਿਹੜਾ ਆਪਣੇ ਗੁਰੂ ਕੋਲ ਰੱਬ ਕੋਲ ਹੀ ਅਰਦਾਸ ਕਰਦਾ ਹੈ, ਕਿਸੇ ਕੋਲ ਐਵੇਂ ਸਵਰਗ ਨਰਕ ਤੋਂ ਡਰ ਕੇ ਕਿਸੇ ਪਾਸੇ ਨਹੀਂ ਜਾਂਦਾ। ਭਗਤ ਕਬੀਰ ਸਾਹਿਬ ਜੀ ਦੇ ਸਮੇਂ ਵੀ ਇਹ ਚੀਜ਼ ਪ੍ਰਚਲਿਤ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਵਰਗ ਨਰਕ ਤੇ ਮੈਂ ਰਿਓ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰ ਆਦ। ਉਹ ਕਹਿੰਦੇ ਵੀ ਤੁਹਾਨੂੰ ਸਵਰਗ ਦਿਆਂਗੇ। ਭਗਤ ਕਬੀਰ ਸਾਹਿਬ ਕਹਿੰਦੇ ਬ੍ਰਾਹਮਣ ਜੀ ਮੈਂ ਤੁਹਾਡਾ ਸਰਗ ਲੈਣਾ ਹੀ ਨਹੀਂ ਹੈ। ਉਹ ਨਰਕਾਂ ਵਿੱਚ ਡਿੱਗ ਜਾਓਗੇ, ਕਹਿੰਦੇ ਨਰਕਾਂ ਦਾ ਸਾਨੂੰ ਡਰ ਹੀ ਨਹੀਂ ਹੈ। ਨਰਕਾਂ ਤੋਂ ਕਾਹਦਾ ਡਰਾਉਂਦੇ ਹੋ ਸਾਨੂੰ? ਨਾ ਸਾਨੂੰ ਸਵਰਗ ਦੀ ਇੱਛਾ ਹੈ, ਕਿਉਂਕਿ ਜਿਹੜਾ ਬ੍ਰਹਮ ਵਿੱਚ ਲੀਨ ਉਹਨੂੰ ਸਵਰਗ ਦੀ ਇੱਛਾ ਨਹੀਂ ਹੈ। ਸਵਰਗ ਵਿੱਚ ਕੀ ਹੈ? ਜਿਹੜੇ ਸਵੈ ਦੇ ਵਰਗ ਦੇ ਸੁੱਖ ਹੋਣ, ਜੋ ਸੁੱਖ ਮਨੁੱਖ ਚਾਹਵੇ ਉਹਨੇ ਕੋਈ ਵੱਡੀ ਗੱਲ ਨਹੀਂ ਹੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣੇ ਹਰ ਪੈ ਬਿਨਤੀ ਕਹੀ ਹੈ, ਕੇਵਲ ਆਪਣੇ ਗੁਰੂ ਕੋਲ ਆਪਣੇ ਵਾਹਿਗੁਰੂ ਦੇ ਕੋਲ ਹੀ ਅਰਦਾਸ ਕਰਨੀ ਹੈ। ਚਾਰ ਪਦਾਰਥ ਆਨੰਦ ਮੰਗਲ ਨਿ ਸੂਖ ਸਹਿਜ ਸਿਧ ਲਈਐ ਰਹਾਓ। ਚਾਰੇ ਪਦਾਰਥ ਅਰਥ ਧਰਮ ਕਾਮ ਮੋਖ, ਇਹ ਚਾਰ ਪਦਾਰਥ ਦੁਨੀਆ ਦੇ ਵਿੱਚ ਮੰਨੇ ਗਏ ਨੇ। ਇਹਦੇ ਵਿੱਚ ਲੋਕ ਵੀ ਆ ਜਾਂਦਾ ਹੈ ਤੇ ਪਰਲੋਕ ਵੀ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰੇ ਪਦਾਰਥ, ਚਾਰ ਪਦਾਰਥ ਜੇ ਕੋ ਮੰਗੈ ਸਾ ਜਨਾ ਕੀ ਸੇਵਾ ਲਾਗੈ। ਚਾਰੇ ਪਦਾਰਥ ਮਿਲ ਜਾਂਦੇ ਨੇ। ਇਹਨਾਂ ਦੀ ਵਿਆਖਿਆ ਆਪਾਂ ਜਿਸ ਸਮੇਂ ਸੋਹਣੀ ਸਾਹਿਬ ਜੀ ਦੀ ਬਾਣੀ ਦੀ ਇੱਥੇ ਕਥਾ ਚੱਲੀ ਸੀ ਉਸ ਸਮੇਂ ਇਹਦੀ ਵਿਚਾਰ ਖੁੱਲ੍ਹ ਕੇ ਕੀਤੀ ਸੀ। ਚਾਰ ਪਦਾਰਥਾਂ ਦੀ, ਚਾਰ ਪਦਾਰਥ ਆਨੰਦ ਮੰਗਲ ਨਿਧ ਸੂਖ ਸਹਿਜ ਸਿਧ ਲਈ ਹੈ।
ਆਨੰਦ ਹੀ ਆਨੰਦ, ਮੰਗਲਮਈ ਸਮਾਂ ਹਰ ਸਮੇਂ ਘਰ ਦੇ ਵਿੱਚ, ਜੀਵਨ ਦੇ ਵਿੱਚ, ਸਰੀਰ ਦੇ ਵਿੱਚ, ਕਾਇਆ ਦੇ ਵਿੱਚ। ਮਹਾਰਾਜ ਕਹਿੰਦੇ ਸਾਰੀਆਂ ਦੌਲਤਾਂ, ਖਜ਼ਾਨੇ ਔਰ ਸਾਰੀਆਂ ਸਿੱਧੀਆਂ, ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਨਾਮ ਦਾ ਇੰਨਾ ਵੱਡਾ ਮਹਾਤਮ ਹੈ। ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦਾ ਏਡਾ ਵੱਡਾ ਮਹਾਤਮ ਹੈ। ਉਹਦੇ ਚਰਨਾਂ ਵਿੱਚ ਅਰਦਾਸ ਕਰਨ ਦਾ ਏਡਾ ਵੱਡਾ ਮਹਾਤਮ ਹੈ। ਉਹ ਸਹਿਜ ਸੁਭਾਈ ਸਾਰੀਆਂ ਦਾਤਾਂ ਬਖਸ਼ ਦਿੰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਮਾਨ ਤਿਆਗਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਈ ਹੈ। ਆਪਣੀ ਕਾਇਆ ਦਾ, ਆਪਣੀ ਨੌਕਰੀ ਦਾ, ਰੁਤਬੇ ਦਾ, ਪਦਾਰਥ ਦਾ, ਪਰਿਵਾਰ ਦਾ ਮਾਨ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਵੋ। ਉਸ ਵਾਹਿਗੁਰੂ ਦਾ ਲੜ ਪਕੜਨਾ ਚਾਹੀਦਾ ਹੈ। ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਈਐ। ਸੰਸਾਰ ਸਾਗਰ ਜਿਹਦੇ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਹਰ ਸਮੇਂ ਭਾਂਬੜ ਮਚ ਰਹੇ ਨੇ ਵਿਸ਼ੇ ਵਿਕਾਰਾਂ ਦੇ। ਮਹਾਰਾਜ ਕਹਿੰਦੇ ਜੇ ਰੱਬ ਨਾਲ ਜੁੜ ਕੇ ਰਹੋਗੇ, ਭਾਵੇਂ ਅੱਗ ਬਲ ਰਹੀ ਹੈ, ਪਰ ਤੁਹਾਡੇ ਰੰਚਕ ਮਾਤਰ ਵੀ ਸੇਕ ਨਹੀਂ ਲੱਗੇਗਾ। ਭਾਵ ਰੰਚਕ ਮਾਤਰ ਵੀ ਵਿਕਾਰ ਤੁਹਾਨੂੰ ਦੁਖੀ ਨਹੀਂ ਕਰ ਸਕਣਗੇ। ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਈਐ। ਮਾਲਕ ਦੀ ਸਰਵਾਮੀ ਦੀ ਸ਼ਰਨ ਦੇ ਵਿੱਚ ਆ ਜਾਵੋ। ਸ਼ਰਨ ਵਿੱਚ ਆਉਣ ਤੋਂ ਭਾਵ ਕੀ ਹੈ ਵੀ ਉਹਦਾ ਹੁਕਮ ਮੰਨਣਾ। ਜਿਵੇਂ ਕਿਸੇ ਬੰਦੇ ਨੂੰ ਕੋਈ ਖਤਰਾ ਹੋ ਗਿਆ, ਉਹ ਕਿਸੇ ਵੱਡੇ ਵਜ਼ੀਰ ਅਹਿਲਕਾਰ ਦੇ ਕੋਲ ਚਲਾ ਗਿਆ ਵੀ ਮੇਰੀ ਰੱਖਿਆ ਕਰੋ। ਉਹ ਕਹਿੰਦਾ ਵੀ ਮੈਂ ਤੈਨੂੰ ਵਿਧੀ ਦੱਸ ਦੇਣਾ, ਤੂੰ ਇੱਦਾਂ ਕਰ, ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਇਸ ਥਾਂ 'ਤੇ ਤੂੰ ਰਹਿਣਾ ਹੈ, ਇੱਦਾਂ ਇੱਦਾਂ ਕਰਨਾ, ਬਾਕੀ ਮੈਂ ਸੰਭਾਲ ਲਾਂਗਾ। ਇਸੇ ਤਰ੍ਹਾਂ ਗੁਰਮੁਖੋ, ਜੇ ਆਪਾਂ ਗੁਰੂ ਪਾਤਸ਼ਾਹ ਆਪਾਂ ਨੂੰ ਹੁਕਮ ਕਰਦੇ ਨੇ ਵੀ ਤੂੰ ਗੁਰੂ ਦੀ ਸੰਗਤ ਦਾ ਓਟ ਆਸਰਾ ਸਦਾ ਲੈ ਕੇ ਰਹਿਣਾ ਹੈ, ਸੰਗਤ ਦਾ ਲੜ ਪਕੜ ਕੇ ਰੱਖਣਾ ਹੈ ਤੇ ਸ਼ਬਦ ਦਾ ਅਭਿਆਸ ਕਰਨਾ ਹੈ, ਇਹ ਸੰਸਾਰ ਦੇ ਵਿਸ਼ੇ ਵਿਕਾਰ ਤੇਰੇ ਨੇੜੇ ਨਹੀਂ ਆ ਸਕਣਗੇ। ਕੋਟ ਅਪਰਾਧ ਮਹਾ ਅਕਿਰਤ ਕਣ, ਬੋਰ ਬੋਰ ਪ੍ਰਭ ਸਹੀ ਹੈ। ਕਰੋੜਾਂ ਹੀ ਅਪਰਾਧ ਹੋਣ, ਵੱਡਾ ਅਕਿਰਤ ਕਣ ਨਾ ਸ਼ੁਕਰਾ। ਇੰਨੀਆਂ ਦਾਤਾਂ ਦਿੱਤੀਆਂ ਨੇ, ਸ਼ੁਕਰ ਗੁਜ਼ਾਰੀ ਨਹੀਂ ਹੁੰਦਾ। ਵਾਹਿਗੁਰੂ ਪਰਮਾਤਮਾ ਇਸ ਤਰ੍ਹਾਂ ਦਾ ਅਪਰਾਧੀ ਵੀ ਉਹਦੀ ਸ਼ਰਨ ਵਿੱਚ ਆ ਜਾਵੇ ਤੇ ਉਹਨੂੰ ਵੀ ਬਰਦਾਸ਼ਤ ਕਰ ਲੈਂਦਾ ਵੀ ਕੋਈ ਗੱਲ ਨਹੀਂ, ਤੂੰ ਆ ਗਿਆ ਹੈ, ਤੈਨੂੰ ਵੀ ਬਖਸ਼ ਦਿੰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸਰ ਨਹੀਂ ਹੈ। ਉਹ ਵਾਹਿਗੁਰੂ ਕਰੁਣਾ ਮੈਂ, ਇਹਨੂੰ ਮੈਂ ਨਹੀਂ ਪੜ੍ਹਨਾ। ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ, ਇਕੱਠਾ ਆਉਂਦਾ ਹੈ। ਕਰੁਣਾ ਮੈਂ ਬੋਲਣਾ, ਮੈਂ ਨਹੀਂ ਬੋਲਣਾ ਇਹਨੂੰ। ਇਸੇ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ ਨਾ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਉੱਥੇ ਮਹਾਰਾਜ ਅੱਗੇ ਬਚਨ ਬਾਣੀ ਵਿੱਚ ਇੱਥੇ ਆਉਂਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਹ ਲੋਭ ਧਰੋ, ਇਹ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਕਰੁਣਾ ਮੈਂ ਨਾਨਕ ਦੀਨ ਬੇਨਤੀ ਕਰੈ, ਇੱਦਾਂ ਇਹ ਸ਼ਬਦ ਆਉਂਦਾ ਹੈ। ਕਰੁਣਾ ਮੈਂ, ਕਰੁਣਾ ਮੈਂ ਬੋਲਣਾ। ਕਰੁਣਾ ਮੈਂ ਭਾਵ ਉਹ ਜੋ ਕਰੁਣਾ ਕਰਨ ਵਾਲਾ, ਦਇਆ ਕਰਨ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸਰ ਨਹੀਂ ਹੈ। ਵਾਹਿਗੁਰੂ ਸਦਾ ਹੀ ਕਰੁਣਾ ਕਰਨ ਵਾਲਾ, ਦਇਆ ਕਰਨ ਵਾਲਾ ਹੈ, ਪੂਰਨ ਹੈ, ਪਰਮੇਸ਼ਵਰ ਹੈ। ਪੂਰਨ ਕਿਸੇ ਪਾਸੇ ਤੋਂ ਹੋਣਾ ਨਹੀਂ ਹੈ। ਪਰਮੇਸ਼ਵਰ ਪਰਮ ਈਸ਼ਵਰ, ਸਭ ਤੋਂ ਵੱਡਾ ਵਾਹਿਗੁਰੂ ਨਿਰੰਕਾਰ ਪਰਮੇਸ਼ਰ, ਨਾਨਕ ਤਿਸਰ ਨਹੀਂ ਹੈ। ਮਹਾਰਾਜ ਕਹਿੰਦੇ ਅਸੀਂ ਉਸ ਮਾਲਕ ਵਾਹਿਗੁਰੂ ਦੀ ਸ਼ਰਨ ਵਿੱਚ ਆਪੇ ਆ। ਦੇਵ ਗੰਧਾਰੀ ਪੰਜਵਾਂ ਅਗਲੇਰਾ ਸ਼ਬਦ, ਗੁਰ ਕੇ ਚਰਨ ਹਿਰਦੈ ਪਰਵੇਸਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨ ਟਿਕ ਗਏ, ਗੁਰੂ ਦਾ ਸ਼ਬਦ ਟਿਕ ਗਿਆ, ਰੋਗ ਸੋਗ ਸਭ ਦੂਖ ਵਿਨਾਸੇ, ਉਤਰੇ ਸਗਲ ਕਲੇਸਾ। ਉਹਦੇ ਸਾਰੇ ਰੋਗ ਸੋਗ ਦੁੱਖ ਲੈ ਜਾਂਦੇ ਨੇ, ਸਾਰੇ ਕਲੇਸ਼ ਖਤਮ ਹੋ ਜਾਂਦੇ ਹਨ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਨ ਕਰਦੇ ਨੇ, ਜਨਮ ਜਨਮ ਕੇ ਕਿਲ ਵਿਗਨਾਸੈ, ਕੋਟ ਮੱਜਨ ਇਸ਼ਨਾਨਾ। ਜਨਮਾਂ ਜਨਮਾਂ ਦੇ ਕਿਲ ਵਿਗ ਵੱਡੇ ਪਾਪ ਲੈ ਜਾਂਦੇ ਨੇ, ਕੋਟ ਮੱਜਨ ਇਸ਼ਨਾਨਾ।
ਮੰਨ ਲਓ ਉਹਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੋਵੇ, ਇੰਨਾ ਵੱਡਾ ਜਿਹੜਾ ਸ਼ਬਦ ਨਾਲ ਜੁੜਨ ਦਾ ਮਹਾਤਮ ਹੈ ਵੀ ਕਰੋੜਾਂ ਵਾਰੀ ਤੁਸੀਂ ਤੀਰਥਾਂ ਦਾ ਇਸ਼ਨਾਨ ਕਰੋ, ਇੱਕ ਪਾਸੇ ਜਿਹੜਾ ਨਾਮ ਜਪਣਾ ਹੈ ਉਹਦਾ ਮਹਾਤਮ ਫਿਰ ਵੀ ਬਹੁਤ ਵੱਡਾ ਹੈ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ। ਜਿਵੇਂ ਜਿਵੇਂ ਕੋਈ ਨਾਮ ਦੇ ਖਜ਼ਾਨੇ ਨਾਲ ਜੁੜਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹਦਾ ਧਿਆਨ ਜੁੜਨ ਲੱਗ ਜਾਂਦਾ ਹੈ, ਉਹਦੀ ਬਿਰਤੀ ਲੱਗਣ ਲੱਗ ਜਾਂਦੀ। ਕੋਈ ਵੀ ਕੰਮ ਕਰੀ ਆਪਾਂ ਉਹਦਾ ਅਭਿਆਸ ਕਰਨ ਲੱਗ ਜਾਈਏ, ਸਾਡੀ ਬਿਰਤੀ ਉਹਦੇ ਵਿੱਚ ਪਰਪੱਕ ਹੋ ਜਾਂਦੀ ਹੈ। ਜਿਵੇਂ ਆਪਾਂ ਗੱਡੀ ਚਲਾਉਣੀ ਸਿੱਖੀਏ ਨਾ, ਪਹਿਲਾਂ ਬੰਦਾ ਡਰਦਾ ਹੈ, ਕਲੱਚ ਦਾ ਨਹੀਂ ਪਤਾ ਲੱਗਦਾ, ਰੇਸ ਦਾ ਨਹੀਂ ਪਤਾ ਲੱਗਦਾ, ਬ੍ਰੇਕ ਦਾ ਨਹੀਂ ਪਤਾ ਲੱਗਦਾ, ਗੇਅਰ ਦਾ ਨਹੀਂ ਪਤਾ ਲੱਗਦਾ, ਡਰੀ ਜਾਂਦਾ ਮਨੁੱਖ। ਪਰ ਜਦੋਂ ਵਾਰ-ਵਾਰ ਅਭਿਆਸ ਕਰਦਿਆਂ ਪਰਪੱਕ ਹੋ ਗਿਆ ਨਾ ਐਨ ਧਿਆਨ, ਫਿਰ ਫੋਨ ਸੁਣ ਵੀ ਲੈਂਦਾ, ਗੱਲਾਂ ਕਰਦਾ ਵੀ ਚੱਲੀ ਜਾਂਦਾ ਹੈ, ਆਸੇ-ਪਾਸੇ ਦੇਖੀ ਵੀ ਜਾਂਦਾ ਹੈ ਅਤੇ ਆਪਣੀ ਗੱਡੀ ਵੀ ਚਲਾਈ ਜਾਂਦਾ ਹੈ। ਬੜਾ ਪਰਪੱਕ ਧਿਆਨ ਹੋ ਗਿਆ। ਇਸੇ ਤਰ੍ਹਾਂ ਨਾਮ ਦਾ ਅਭਿਆਸ ਕਰਨ ਵਾਸਤੇ ਪਹਿਲਾਂ ਸਾਨੂੰ ਜਦੋਂ ਆਪਾਂ ਚੱਲਦੇ ਹਾਂ ਬੜੀਆਂ ਔਕੜਾਂ ਆਉਂਦੀਆਂ ਨੇ, ਪਰ ਜੇ ਤੁਸੀਂ ਲਗਾਤਾਰ ਕਰਦੇ ਰਹੇ ਫਿਰ ਸੰਸਾਰ ਦੇ ਕੰਮ ਧੰਦਿਆਂ ਕਰਦਿਆਂ ਵੀ ਤੁਹਾਡੇ ਅੰਦਰ ਨਾਮ ਚੱਲੀ ਜਾਣਾ ਹੈ। ਬਿਰਤੀ ਪਰਪੱਕ ਹੋ ਗਈ ਨਾ, ਆਸੇ-ਪਾਸੇ ਵੇਖ ਵੀ ਰਿਹਾ, ਗੱਲਾਂ ਵੀ ਕਰ ਰਿਹਾ ਹੈ, ਪਰ ਗੱਡੀ ਵੀ ਚਲਾ ਰਿਹਾ ਹੈ ਔਰ ਬੜੀ ਬਚਾ ਕੇ ਚਲਾ ਰਿਹਾ ਹੈ, ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਇਸੇ ਤਰ੍ਹਾਂ ਸੰਸਾਰ ਦੇ ਕੰਮ ਧੰਦੇ ਵੀ ਗੁਰਮੁਖ ਕਰੀ ਜਾਂਦਾ ਹੈ, ਪਰ ਉਹਦੇ ਅੰਦਰ ਨਾਮ ਵੀ ਚੱਲੀ ਜਾਂਦਾ। ਪਹਿਲਾਂ ਉਹਨੂੰ ਅਭਿਆਸ ਕਰਨਾ ਪਿਆ ਹੈ, ਸਿੱਖਣਾ ਪਿਆ ਹੈ ਕਿਸੇ ਉਸਤਾਦ ਦੇ ਕੋਲੋਂ। ਗੱਡੀ ਆਪਾਂ ਐਵੇਂ ਨਹੀਂ ਸਿੱਖ ਜਾਂਦੇ, ਭਾਵੇਂ ਕੋਈ ਆਪਾਂ ਨੂੰ ਥੋੜ੍ਹਾ ਜਿਹਾ ਹੀ ਦੱਸਿਆ ਤਾਂ ਕਿਸੇ ਨੇ ਹੈ ਵੀ ਇੱਦਾਂ ਨਹੀਂ, ਇੱਦਾਂ ਚਲਾ ਗੱਡੀ। ਉਹ ਆਪਾਂ ਪਰਪੱਕ ਚੀਜ਼ ਨੂੰ ਕੀਤਾ, ਉਹਨੂੰ ਸਮਝ ਕੇ ਪਰਪੱਕ ਕਰ ਲਿਆ। ਜਦੋਂ ਪਰਪੱਕ ਹੋ ਗਿਆ ਫਿਰ ਕੰਮ ਧੰਦਾ ਕਰਦਿਆਂ ਵੀ ਚੱਲੀ ਜਾਂਦਾ ਹੈ। ਨਾਮ ਸਿਮਰਨ ਤੋਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਵਾਹਿਗੁਰੂ ਦੇ ਗੁਣ ਗਾਏ, ਉਹਦੇ ਵਿੱਚ ਧਿਆਨ ਜੁੜ ਗਿਆ। ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋਰਨ ਰਾਰੇ। ਵਾਹਿਗੁਰੂ ਨੇ ਕਿਰਪਾ ਕਰ ਲਈ, ਕਿਰਪਾ ਕਰਕੇ ਆਪਣਾ ਸੇਵਕ ਬਣਾ ਲਿਆ, ਆਪਣੇ ਨਾਲ ਜੋੜ ਲਿਆ, ਆਪਣੇ ਦਰਬਾਰ ਵਿੱਚ ਨੌਕਰੀ ਭਰਤੀ ਕਰ ਲਿਆ ਵੀ ਬੰਦਾ ਹੁਣ ਠੀਕ ਹੈ। ਜਿਵੇਂ ਪਹਿਲਾਂ ਟੈਸਟ ਲਿਆ ਜਾਂਦਾ ਨਾ, ਸਾਰਾ ਉਹਦੀ ਪੜ੍ਹਾਈ ਦੇਖੀ ਜਾਂਦੀ, ਇੰਨਾ ਪੜ੍ਹਿਆ ਇੰਨਾ, ਫਿਰ ਉਹਦੇ ਟੈਸਟ ਲਏ ਜਾਂਦੇ, ਕਹਿੰਦੇ ਠੀਕ ਹੈ, ਓਕੇ ਹੈ, ਇਹਨੂੰ ਹੁਣ ਅਫਸਰ ਬਣਾ ਦਿੰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਵੀ ਵੇਖ ਲੈਂਦਾ ਵੀ ਹਾਂ ਬੰਦਗੀ ਹੋ ਗਈ ਪੂਰੀ, ਸਿਮਰਨ ਸਾਧਨਾ, ਕਹਿੰਦੇ ਹੁਣ ਇਹਨੂੰ ਆਪਣਾ ਸੇਵਕ ਬਣਾ ਲੈਂਦੇ ਹਾਂ। ਉਹਦੇ ਸਾਰੇ ਬੰਧਨ ਤੋੜ ਕੇ ਉਹਨੂੰ ਆਪਣਾ ਸੇਵਕ ਬਣਾ ਲਿਆ। ਜਪ ਜਪ ਨਾਮ ਜੀਵਾ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ। ਅਤੇ ਉਹ ਗੁਰਮੁਖ ਦੀ ਕੀ ਅਵਸਥਾ ਹੈ? ਉਹ ਕਹਿੰਦੇ ਮਾਲਕ ਮੈਂ ਤਾਂ ਤੇਰੇ ਨਾਮ ਨੂੰ ਜਪ ਜਪ ਕੇ ਹੁਣ ਜੀਵਦਾ ਹਾਂ। ਜਦੋਂ ਕੋਈ ਵੱਡਾ ਅਫਸਰ ਬਣ ਗਿਆ, ਉਹ ਆਪਣੀ ਨੌਕਰੀ ਦੇ ਨਾਲ ਜੁੜ ਜਾਂਦਾ, ਫਿਰ ਭੱਜਿਆ ਜਾਂਦਾ ਆਪਣੀ ਨੌਕਰੀ ਦੇ ਟਾਈਮ। ਘਰਦਿਆਂ ਨੂੰ ਕਹਿੰਦਾ ਜਲਦੀ ਕਰੋ, ਮੈਨੂੰ ਮੈਂ ਆਪਣੀ ਨੌਕਰੀ 'ਤੇ ਟਾਈਮ ਸਿਰ ਪਹੁੰਚਣਾ, ਆਪਣੇ ਦਫ਼ਤਰ ਵਿੱਚ ਪਹੁੰਚਣਾ ਹੈ। ਨੌਕਰੀ ਨਾਲ ਪਿਆਰ ਬਣ ਗਿਆ ਨਾ, ਉਹਨੂੰ ਨੌਕਰੀ ਕਰਨ ਦਾ ਇੱਕ ਰਸ ਆਉਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਨਾਮ ਨਾਲ ਬਿਰਤੀ ਜੁੜ ਗਈ ਤਾਂ ਉਹ ਨਾਮ ਜਪਣਾ ਉਹਦੇ ਜੀਵਨ ਦਾ ਇੱਕ ਸੁਭਾਅ ਬਣ ਜਾਂਦਾ ਹੈ, ਉਹਦਾ ਇੱਕ ਰਸ ਬਣ ਜਾਂਦਾ ਹੈ, ਉਹਦੀ ਇੱਕ ਲਿਵ ਲੱਗ ਜਾਂਦੀ ਹੈ। ਜਿਵੇਂ ਆਪਾਂ ਦੁਨਿਆਵੀ ਕੰਮਾਂ ਵੱਲ ਦੌੜ ਕੇ ਜਾਂਦੇ ਹਾਂ, ਗੁਰਮੁਖ ਦੌੜ ਕੇ ਨਾਮ ਵੱਲ ਆਉਂਦਾ ਵੀ ਅੰਮ੍ਰਿਤ ਵੇਲਾ ਹੋ ਗਿਆ, ਚੱਲੀਏ ਛੇਤੀ ਨਾਮ ਜਪਾਂਗੇ, ਬਾਣੀ ਪੜ੍ਹਾਂਗੇ। ਸਦਕੇ ਜਾਂਦਾ ਹੈ ਆਪਣੇ ਮਾਲਕ ਤੋਂ, ਗੁਰੂ ਤੋਂ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ ਛੱਕੇ ਤਿੰਨ, ਇੱਦਾਂ ਹੀ ਇਸ ਸ਼ਬਦ ਦਾ ਉਚਾਰਨ ਕਰਨਾ ਹੈ। ਛੱਕੇ ਤਿੰਨ, 6 ਸ਼ਬਦ ਇੱਥੇ ਜਿਹੜੇ ਨੇ ਉਹ ਆਏ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਸਾਡੇ 'ਤੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਮਹਿਰਾਮਦ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾਈਏ। ਗੁਰਮੁਖੋ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਔਰ ਲਗਾਤਾਰ ਕਰਨਾ ਪਵੇਗਾ ਜੇ ਆਪਾਂ ਕੁਝ ਪ੍ਰਾਪਤੀ ਕਰਨੀ ਹੈ। ਗੱਲਾਂ ਨਾਲ ਨਹੀਂ ਗੱਲ ਬਣਨੀ। ਉਹ ਤੇ ਮਹਾਰਾਜ ਨੇ ਕਹਿਤਾ ਇੱਕ ਫਿਰੈ ਘਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਤੇ ਹੁਣ ਆਪਾਂ ਵੀ ਬੜੀਆਂ ਕਰ ਲੈਣੀਆਂ ਨੇ, ਕਥਾ ਵਿਚਾਰ ਕਰਦਿਆਂ ਵੀ, ਪਰ ਗੱਲ ਤਾਂ ਸ਼ਬਦ ਦੇ ਅਭਿਆਸ ਨਾਲ ਬਣਨੀ ਹੈ। ਸਤਿਗੁਰੂ ਜੀ ਮਹਿਰਾਮਦ ਕਰਨ, ਉਹ ਦਾਸ ਸਾਰਿਆਂ ਨੂੰ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।